चेयरमैन साहब बचा आओ जी सेंटर च जी। थैंक यू सो मच। ठीक है ठीक है सर। सामने राइसला फाउंडेशन के डायरैक्टर पी गोयल जी, इस स्कूल के प्रिंसीपल मैडम भल्ला जी, मैडम ललिता शर्मा जी, SBIC के प्रेजिडेंट मैं रिक्वेस्ट करना जो बच्चे साढ़े आए ने पहला ये दो बच्ची हैं जी साडियां 9th क्लास ਦੇ ਵਿੱਚ ਇਹਨਾਂ ਦੇ ਕਲਾਸ ਟੀਚਰ चेयरमैन साहब नाल आ जाओ। ਉਹਨਾਂ ਨੂੰ 50,000 ਈਚ ਦਾ ਚੈੱਕ ਦਿੱਤਾ ਜਾ ਰਿਹਾ ਹੈ। ਇਹਨਾਂ ਬੱਚਿਆਂ ਦੇ ਬਾਰੇ ਦੁੱਖ ਵੀ ਹੋ ਰਿਹਾ ਹੈ ਕਿ ਇਹਨਾਂ ਦੇ 44 गुस्से ना है ये अबाउट 7 लाख राम सर नाल आइयो तुम भी। नेक्स्ट इज गवर्नमेंट सीनियर सेकेंडरी स्कूल धुरी में प्रिंसिपल इज total number of students are 388 and the amount is 3,05,544. हाँ जी सर। Next is government senior sir. Total number of students are 322 and the amount is 2,56,404. Are 30 lakh. अंदर जी सामने 20. हाँ जी मैम 2,08,620. ओके 740 58,740. एक मिनट जी। ठीक है सर। 80 58,080. पता लग And this is number of students are 47,120. 21,120. Next amount is 1,73,280. Amount is 70,620. 70,620. Next 73,260. And amount is 4,03,000. Oh, great gesture. Check of 6 lakh to Gaushala Charitable Trust. सर देखिए देखो सर चेक मिलेंगे तुसी परफॉर्मेंस दिखाओ। मैं जिस तरह के दस्या है कि जो सानू प्रेरणा मिली है इस दिशा दे विच कदम चुकन दी अगे वधन दी वो साडे मानयोग SSP संगरूर सरदार मनदीप सिंह सिद्धू जी की बदौलत मिली है, क्योंकि उन्होंने पहल करी इस दिशा दे विच अपनी सैलरी दे विचों कंट्रीब्यूट करके। तो असी भी सोचा कि असी भी इस दिशा दे विच अगे वधीए कुछ ना कुछ, क्योंकि जिस तरह तुसी जानते हो कि पहला भी साडी जो संस्था है समाज सेवा के खेत्र दे विच उग्गा योगदान पाउंदी रही है। एक साल असी डेंगू फ्री धूरी का प्रोजैक्ट लिया सी, फिर कोविड के टाइम दे विच भी असी बहुत ज़्यादा जो भी सहयोग एडमिनिस्ट्रेशन ने मंगया उसनूं दिता सीगा। तो इस बार क्योंकि सानू प्रेरणा इन्हां तो मिली, इस तो इलावा जो प्रेरणा मिली उहदा एक कारण तुसी भी सुनिया होगा
ਇੱਕ ਵੀਡੀਓ ਸਰਕੂਲੇਟ ਹੋਇਆ ਸੀ ਸਾਡੇ ਮੁੱਖ ਮੰਤਰੀ ਸਾਹਿਬ ਦਾ, ਸਰਦਾਰ ਭਗਵੰਤ ਸਿੰਘ ਮਾਨ ਜੀ ਦਾ, ਜਿਨ੍ਹਾਂ ਨੇ ਕਿਹਾ ਸੀ ਕਿ ਸਿੱਖਿਆ ਬੰਦੇ ਦਾ ਤੀਜਾ ਨੇਤਰ ਹੁੰਦੀ ਹੈ, ਜੇ ਤੁਸੀਂ ਜਾਣਦੇ ਹੋਵੋਗੇ। ਤਾਂ ਉਹ ਵੀ ਸਾਡਾ ਇੱਕ ਪ੍ਰੇਰਨਾ ਦਾ ਸਰੋਤ ਬਣਿਆ ਕਿ ਕਿਉਂ ਨਾ ਉਹਨਾਂ ਦੀ ਕੰਸਟੀਚੁਐਂਸੀ ਤੋਂ ਹੀ ਅਸੀਂ ਇਸ ਸੁਨੇਹੇ ਨੂੰ ਪੂਰੇ ਪੰਜਾਬ ਦੇ ਵਿੱਚ ਫੈਲਾਈਏ। ਇਸ ਕਰਕੇ ਅਸੀਂ ਫੈਸਲਾ ਕਰਿਆ ਕਿ ਧੂਰੀ ਕੰਸਟੀਚੁਐਂਸੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਦੀ ਕੰਸਟੀਚੁਐਂਸੀ ਹੈ, ਉੱਥੇ ਅਸੀਂ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਦੇ ਵਿੱਚ ਜਿੰਨੇ ਵੀ ਬੱਚੇ ਪੜ੍ਹਦੇ ਨੇ ਜਿਨ੍ਹਾਂ ਨੂੰ ਫੀਸ ਦੇਣੀ ਪੈਂਦੀ ਹੈ, ਉਹ ਸਾਰੀ ਫੀਸ ਸਾਡੀ ਸੰਸਥਾ ਵੱਲੋਂ ਦਿੱਤੀ ਜਾਊਗੀ। ਸਿਰਫ ਇਸ ਸਾਲ ਦੀ ਨਹੀਂ ਬਲਕਿ ਆਉਣ ਵਾਲੇ ਸਾਲਾਂ ਤੱਕ, ਜਿੰਨੀ ਦੇਰ ਤੱਕ ਸਾਨੂੰ ਪ੍ਰਮਾਤਮਾ ਸਮਰੱਥਾ ਬਖਸ਼ਦਾ, ਅਸੀਂ ਦਿੰਦੇ ਰਹਾਂਗੇ। ਇਹ ਸਾਡਾ ਵਾਅਦਾ। ਤੁਸੀਂ ਦੇਖਿਆ ਹੋਊਗਾ ਮੇਰੀ ਅੱਜ ਫੰਕਸ਼ਨ ਦੇ ਵਿੱਚ ਸਟੇਜ ਤੇ ਮੇਰੇ ਇੰਡਸਟਰੀਅਲ ਸਾਥੀ ਬੈਠੇ ਹੋਏ ਸੀ, ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੇ ਅਹੁਦੇਦਾਰ ਸਾਹਿਬਾਨ ਬੈਠੇ ਹੋਏ ਸੀ। ਉਹ ਸਾਡੇ ਘਨਸ਼ਾਮ ਕਾਂਸਲ ਜੀ ਜੋ ਫਾਰਮਰ ਪ੍ਰੈਜ਼ੀਡੈਂਟ ਨੇ, ਹੁਣੀ ਉਹਨਾਂ ਤੋਂ ਸੰਜੀਵ ਚੋਪੜਾ ਜੀ ਨੇ ਚਾਰਜ ਸੰਭਿਆ, MP ਸਿੰਘ ਜੀ ਸਾਡੇ ਸੈਕਟਰੀ ਬਣੇ ਨੇ, ਤੇ ਇਹ ਸਾਰੇ ਮਿਲ ਕੇ ਜਿੰਨੇ ਵੀ ਦੂਜੇ ਵੱਖ-ਵੱਖ ਸਾਡੇ 700 ਮੈਂਬਰ ਨੇ ਚੈਂਬਰ ਦੇ ਜ਼ਿਲ੍ਹੇ ਦੇ ਵਿੱਚ, ਸਾਰਿਆਂ ਦਾ ਸਹਿਯੋਗ ਅਸੀਂ ਲੈ ਕੇ ਕੋਸ਼ਿਸ਼ ਕਰਾਂਗੇ ਕਿ ਇਹ ਪ੍ਰੋਜੈਕਟ ਸਿਰਫ ਧੂਰੀ ਤੱਕ ਸੀਮਿਤ ਨਾ ਰਹੇ, ਇੱਦੋਂ ਅੱਗੇ ਵੀ ਵਧੇ, ਪੂਰੇ ਪੰਜਾਬ ਤੱਕ ਫੈਲੇ। ਇਹ ਸਾਡਾ ਉਪਰਾਲਾ ਹੋਏਗਾ। ਤਿਆਰ ਕੀਤੀ ਪੜ੍ਹਦਾ ਪੰਜਾਬ ਕਿਵੇਂ ਅੱਗੇ ਲੈ ਕੇ ਇਹ ਇੱਕ ਛੋਟਾ ਜਿਹਾ ਉਪਰਾਲਾ ਸੀ ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਵੀ ਆਪਦੇ ਵੱਲੋਂ ਮੈਂ ਵੀ ਪਹਿਲੇ ਮਹੀਨੇ 51,000 ਤੇ ਬਾਅਦ ਦੇ ਵਿੱਚ 21,000 ਹਰ ਮਹੀਨੇ ਜਦ ਤੱਕ ਸੰਗਰੂਰ ਤਨਾਤੀ ਲਈ ਦਿਆਂ। ਉਹਦਾ ਮਕਸਦ ਇਹ ਸੀ ਵੀ ਜਿਹੜੇ ਕਿਸਾਨ ਤੇ ਖੇਤ ਮਜ਼ਦੂਰ ਦੇ ਬੇਟੀਆਂ ਜਿਨ੍ਹਾਂ ਦੇ ਜਿਹੜੇ ਸੁਸਾਈਡ ਕਰ ਗਏ ਆ, ਉਹਨਾਂ ਦੀਆਂ ਬੇਟੀਆਂ ਪੜ੍ਹਾਈ 'ਚ ਹੁਸ਼ਿਆਰ ਹੈ ਤੇ ਪੜ੍ਹਨਾ ਚਾਹੁੰਦੀਆਂ, ਵਸੀਲੇ ਹੈ ਨਹੀਂ, ਉਹਨਾਂ ਨੂੰ ਕੁਝ ਮੈਂ ਕੰਟਰੀਬਿਊਟ ਕਰ ਸਕਾਂ। ਪਰ ਇਹ ਛੋਟਾ ਜਿਹਾ ਐਫਰਟ ਤੋਂ ਜਿਵੇਂ ਕਹਿ ਦਿਓ ਵੱਡੇ ਕਾਫਲੇ ਦੇ ਤੌਰ ਤੇ ਇਹ ਚੱਲ ਪਿਆ। ਪਹਿਲਾਂ ਪਦਮ ਸ਼੍ਰੀ ਰਜਿੰਦਰ ਗੁਪਤਾ ਜੀ ਨੇ ਇਸ ਮੁਹਿੰਮ ਦੇ ਵਿੱਚ ਆਪਦੇ ਵੱਲੋਂ 21 ਲੱਖ ਰੁਪਏ ਦਾ ਇਹ ਕੰਟਰੀਬਿਊਸ਼ਨ ਦਾ ਵਾਅਦਾ ਕੀਤਾ। ਅੱਜ ਉਸ ਤੋਂ ਵੀ ਜ਼ਿਆਦਾ ਵੱਡੀ ਗੱਲ ਜਿਹੜੀ ਧੂਰੀ ਦੇ ਰਹਿਣ ਵਾਲੇ ਇਹ ਜਿਹੜੇ ਰਾਈਸਿਲਾ ਗਰੁੱਪ ਹੈ, ਇਸ ਗਰੁੱਪ ਵੱਲੋਂ ਇਹ ਫੈਸਲਾ ਕੀਤਾ ਕਿਉਂਕਿ 8ਵੀਂ ਤੱਕ ਪੜ੍ਹਾਈ ਸਾਰੇ ਬੱਚਿਆਂ ਦੀ ਫ੍ਰੀ ਹੈ ਤੇ ਇਹਦੇ ਵਿੱਚ ਇਹਨਾਂ ਨੇ ਇਹ ਫੈਸਲਾ ਕਰ ਲਿਆ 9ਵੀਂ 10ਵੀਂ 11ਵੀਂ 12ਵੀਂ ਦੇ 13 ਜਿਹੜੇ ਧੂਰੀ ਕੌਂਸਟੀਟੂਐਂਸੀ ਦੇ ਸਕੂਲ ਹੈ ਉਹਦੇ 3184 ਵਿਦਿਆਰਥੀ ਹੈ। ਉਹਨਾਂ ਦੀ ਕਰੀਬ 26 ਲੱਖ ਰੁਪਇਆ ਜਿਹੜੀ ਫੀਸ ਹੈ ਉਹ ਇੱਕਦਮ ਇਹਨਾਂ ਨੇ ਅੱਜ ਚੈੱਕ ਦੇ ਕੇ ਭਰਤੀ ਹੈ ਤੇ ਉਹ ਆਏ ਸਾਲ ਉਹ ਭਰਨਗੇ। ਇਹਦਾ ਕਹਿਣ ਦਾ ਭਾਵ ਪੜ੍ਹਾਈ ਨੂੰ ਇਹ ਜਿਹੜਾ ਪਹਿਲਾਂ ਕਿਸੇ ਕਾਰਨ ਪੰਜਾਬ ਦੇ ਵਿੱਚ ਇਹ ਬਦਨਾਮੀ ਦਾ ਕਾਰਨ ਬਣਿਆ ਸੀ, ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਵੀ ਉੜਤਾ ਪੰਜਾਬ, ਅਸੀਂ ਉੜਤਾ ਪੰਜਾਬ ਨੂੰ ਕਰਕੇ, ਕਿਉਂਕਿ ਪੜ੍ਹਾਈ ਲਿਖਾਈ ਕਾਬਲ ਤੇ ਪੜ੍ਹਿਆ ਲਿਖਿਆ ਹੋਣਾ ਹੀ ਸਾਰੀਆਂ ਗੱਲਾਂ ਸਾਰੀਆਂ ਬੁਰਾਈਆਂ ਨੂੰ ਉੱਥੇ ਹੀ ਦੱਬ ਦਿੰਦਾ ਹੈ। ਇਹ ਪੜ੍ਹਦਾ ਪੰਜਾਬ ਦਾ ਇੱਕ ਜਿਹੜਾ ਮਿਸ਼ਨ ਸ਼ੁਰੂ ਕੀਤਾ, ਇਹ ਮੈਨੂੰ ਲੱਗਦਾ ਇਸ ਜਾਗ ਇਹ CM ਸਾਹਿਬ ਦੇ ਹਲਕੇ ਤੋਂ ਜਿਹੜੀ ਜਾਗ ਲੱਗੀ ਹੈ, ਜ਼ਿਲ੍ਹਾ ਸੰਗਰੂਰ ਉਹਨਾਂ ਦੇ ਜ਼ਿਲ੍ਹੇ ਤੋਂ ਜਾਗ ਲੱਗੀ ਹੈ, ਇਹ ਸਾਰੇ ਪੰਜਾਬ 'ਚ ਜਾਊਗੀ। ਇਹਦੇ ਨਾਲ ਇੱਕ ਸੁਨੇਹਾ ਹੈ ਵੀ ਜੇ ਤੁਹਾਡੇ ਕੋਲੇ ਸੋਰਸ ਹੈ, ਸਾਧਨ ਹੈ, ਵਸੀਲੇ ਹੈ, ਤੁਸੀਂ ਅਮੀਰ ਤਾਂ ਹੀ ਹੋ ਜੇ ਉਹ ਸਾਧਨ ਵਸੀਲੇ ਸੋਰਸ ਨੂੰ ਲੋੜਵੰਦਾਂ ਨਾਲ ਉਹਨਾਂ ਦੇ ਕੰਮ ਲਿਆ ਸਕੋ, ਲੋੜਵੰਦਾਂ ਨੂੰ ਜਿਹੜੇ ਜਿਹਨੂੰ ਜ਼ਰੂਰਤ ਹੈ ਉਹਨਾਂ ਲਈ ਖਰਚ ਸਕੋ, ਤਾਂ ਹੀ ਇਸ ਗੱਲ ਦੀ ਕਾਮਯਾਬੀ ਹੈ। ਸਰ ਇੱਕ ਹੋਰ ਸਵਾਲ ਹੈ, ਲੜਕੀਆਂ ਸਰ ITI ਦੇ ਵਿੱਚ ਵੀ ਨੇ, ਕਾਲਜ ਦੇ ਵਿੱਚ ਵੀ ਨੇ, ਲੜਕੇ ਲੜਕੀਆਂ ਇੱਦਾਂ ਦੇ ਜਿਹੜੇ ਨੀਡੀ ਨੇ ਉਹਨਾਂ ਨਹੀਂ ਇਹਦੀ ਦੇਖੋ ਜੀ, ਇਹ ਜਿਹੜਾ ਚੰਗੇ ਕੰਮਾਂ ਦੀ ਸਕਾਈ ਇਜ਼ ਲਿਮਿਟ, ਇਹ ਕਹਿ ਦਿਓ ਵੀ ਜਦੋਂ ਸ਼ੁਰੂ ਕਰਨਾ ਜਿਹੜਾ ਔਖਾ ਹੁੰਦਾ ਫਿਰ ਜਿਵੇਂ ਜਿਵੇਂ ਇਹ ਕਾਫਲਾ, ਹਜੇ ਤਾਂ ਇਹ ਗੱਲ ਮੈਨੂੰ 1 ਹਫ਼ਤਾ ਹੋਇਆ ਜੁਆਇਨ ਕੀਤਿਆਂ ਤੇ ਅੱਜ ਜੇਬ ਦੇ ਵਿੱਚ 26 ਲੱਖ ਇਹ ਆ ਗਿਆ ਤੇ 21 ਲੱਖ ਇਹ ਆ ਗਿਆ ਤੇ ਟੋਟਲ ਹਜੇ 47 ਲੱਖ ਤਾਂ ਹੋ ਗਿਆ। ਤੇ ਇਹ ਰੱਬ ਸੁੱਖ ਰੱਖੇ ਜਿੰਨਾ ਚਿਰ ਮੈਂ ਇਹ ਕਾਫਲਾ ਵੱਡਾ ਹੁੰਦਾ ਜਾਊਗਾ। ਹਾਂ ਤੇ 24 ਕਹਿੰਦੇ ਹੋਰ ਪਿਆ, ਪਰ ਉਹਦੇ ਨਾਲ ਬਾਕੀ ਜਿਹੜੇ ਬਹੁਤ ਸਾਰੇ ਚੰਗੇ ਥਾਂ ਤੇ, ਕਿਉਂਕਿ ਅਸੀਂ ਕੋਈ ਅਕਾਊਂਟ ਨਹੀਂ ਖੋਲ੍ਹਿਆ, ਅਸੀਂ ਪੈਸਾ ਲਾਉਣਾ ਨਹੀਂ, ਅਸੀਂ ਰਾਹ ਦਿਖਾਇਆ। ਪੜ੍ਹਦਾ ਪੰਜਾਬ ਜੇ ਪੜ੍ਹ ਰਿਹਾ, ਅਫਸਰ ਵੀ ਹੈ, ਲਾਇਕ ਵੀ ਹੈ, ਨਸ਼ਿਆਂ ਤੋਂ ਵੀ ਦੂਰ ਹੈ, ਸਭ ਕੁਝ ਦੂਰ ਹੈ, ਮਾਂ-ਬਾਪ ਦਾ, ਹਲਕੇ ਦਾ, ਘਰ ਦਾ, ਮਹੱਲੇ ਦਾ ਨਾਂ ਉੱਚਾ ਹੈ। ਸਰ ਜੇ ਕੋਈ NRI ਵੀਰ ਦੂਜੇ ਜ਼ਿਲ੍ਹਿਆਂ 'ਚ ਇਹ ਮੁਹਿੰਮ ਸ਼ੁਰੂ ਕਰਨਗੇ NRI, ਤਾਂ ਕੀ ਤੁਸੀਂ ਸਰ ਉੱਥੇ ਜਾ ਕੇ ਵੀ ਉਹਨਾਂ ਨਹੀਂ ਇਹਦੇ 'ਚ ਦੇਖੋ, ਮੈਂ ਇੱਕ ਬਹੁਤ ਹੀ ਪੰਜਾਬ ਦੀ ਹਾਇਰਾਰਕੀ 'ਚ ਬਹੁਤ ਛੋਟਾ ਅਫਸਰ ਹਾਂ। ਇਹਦੇ 'ਚ ਮੈਨੂੰ ਇਹ ਸੀ ਵੀ ਵਾਰ-ਵਾਰ ਮੈਨੂੰ ਸੰਗਰੂਰ ਦੇ ਵਿੱਚ ਮੈਂ ਬਤੌਰ SP ਹੈੱਡਕੁਆਟਰ ਇੱਥੇ 3 ਸਾਲ ਰਿਹਾ, 3.5 ਸਾਲ ਬਤੌਰ SSP 2 ਸਰਕਾਰਾਂ ਅਕਾਲੀ ਤੇ ਕਾਂਗਰਸ ਚਲਾ ਲਏ ਤੇ ਹੁਣ ਦੁਬਾਰਾ ਤਨਾਤੀ ਹੋਈ। ਮੈਨੂੰ ਮੇਰੇ ਮਨ ਦੇ ਵਿੱਚ ਇਹ ਵਜਨ ਸੀ ਇਸ ਗੱਲ ਦਾ ਵੀ ਕੀ ਗੱਲ ਹੈ, ਸੰਗਰੂਰ 'ਚ ਕੋਈ ਗੱਲ ਹੈ, ਵਾਰ-ਵਾਰ ਮੈਂ ਬਾਹਰ ਜਾਂਦਾ ਤੇ ਕੁਝ ਸਾਲਾਂ ਬਾਅਦ ਹੁਣ 4 ਸਾਲਾਂ ਬਾਅਦ ਫਿਰ ਮੇਰੀ ਤਨਾਤੀ ਹੋ ਗਈ।
ਕੋਈ ਮੈਨੂੰ ਵਾਰ-ਵਾਰ ਖਿੱਚ ਰਿਹਾ ਤੇ ਮੈਨੂੰ ਰੀਪੇ ਕਰਨਾ ਚਾਹੀਦਾ। ਇਸ ਚੰਗੇ ਕੰਮ ਦੀ ਲੀਡ ਲੈ ਕੇ ਜਿੰਨੇ ਵੀ ਬੰਦੇ ਆ, ਇਹ ਸ਼ੁਰੂਆਤ ਹੈ, ਇਹਦੇ 'ਚ ਹੋਰ ਜਿੰਨਾ ਮਰਜ਼ੀ ਇੰਪਰੂਵ ਕਰ ਸਕਦੇ ਆ। ਇਹ ਸਾਡਾ ਇੱਕ ਪਹਿਲਾ ਕਦਮ ਸੀ, ਸਟੈਪਿੰਗ ਸਟੋਨ ਸੀ। ਉਦੋਂ ਬਾਅਦ ਇਹ ਕਦਮ ਨੂੰ ਜਿੰਨੇ ਮਰਜ਼ੀ ਅੱਗੇ ਵਧਾ ਕੇ ਕਰ ਸਕਦੇ ਆ। ਪੰਜਾਬ ਇੱਕ ਇਮਾਨਦਾਰ ਅਫਸਰ ਵੱਲੋਂ ਤੁਹਾਡੇ ਵੱਲੋਂ ਇਹ ਕਦਮ ਚੁੱਕਿਆ ਗਿਆ ਕਿ ਅਜਿਹੇ ਹੋਰ ਆਪਾਂ ਦੇਖੋ, ਇਮਾਨਦਾਰੀ ਬੇਈਮਾਨੀ ਇਹ ਨਿੱਜੀ ਪਰਸਪੈਕਟਿਵ ਹੈ। ਮੈਂ ਇੰਨੇ ਸਾਲ ਤੁਹਾਡੇ ਜ਼ਿਲ੍ਹੇ 'ਚ ਕਹਿ ਲਿਆ, ਮੈਂ ਆਪਦੇ ਆਪ ਨੂੰ ਇੱਥੇ ਖੜ ਕੇ ਕੋਈ ਇਹ ਐਲਾਨ ਨਹੀਂ ਕਰ ਰਿਹਾ ਵੀ ਮੈਂ ਇਮਾਨਦਾਰ ਹਾਂ, ਪਰ ਅਸੀਂ ਜਦੋਂ ਨੌਕਰੀ ਕਰਦੇ ਹਾਂ, ਅਸੀਂ ਸ਼ੀਸ਼ੇ ਦੇ ਘਰਾਂ ਦੇ ਵਿੱਚ ਰਹਿੰਦੇ ਹਾਂ। ਅਸੀਂ ਇਮਾਨਦਾਰ ਜਾਂ ਬੇਈਮਾਨ, ਕਾਬਲ ਜਾਂ ਨਾਕਾਬਲ, ਉਹ ਸਰਟੀਫਿਕੇਟ ਲੋਕ ਦਿੰਦੇ ਆ ਤੇ ਰੱਬ ਮਿਹਰ ਕਰੇ ਹਜੇ ਤੱਕ ਸ਼ਾਬਾਸ਼ ਦਿੰਦੇ ਰਹੇ ਆ ਲੋਕ। ਸਰਕਾਰਾਂ ਨੇ ਵੀ ਤੁਹਾਨੂੰ ਇਮਾਨਦਾਰੀ ਦਾ ਅਹੁਦਾ ਦਿੱਤਾ, ਜਿਵੇਂ ਚੌਥੀ ਵਾਰ ਨਹੀਂ, ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ, ਬਟ ਮੈਨੂੰ ਲੱਗਦਾ ਮੇਥੋਂ ਵੀ ਵੱਧ ਕਾਬਲ ਤੇ ਮੇਥੋਂ ਵੀ ਵੱਧ ਇਮਾਨਦਾਰ ਅਫਸਰ ਹੈਗੇ ਆ। ਮੈਂ ਆਪਦੇ ਵੱਲੋਂ ਐਫਰਟ ਕੀਤਾ। ਇਮਾਨਦਾਰੀ ਕੋਈ ਮੇਰੀ ਖਾਸੀਅਤ ਨਹੀਂ ਗੀ, ਹਰ ਤਨਖਾਹ ਲੈਂਦੇ ਬੰਦੇ ਨੂੰ ਇਮਾਨਦਾਰੀ ਨਾਲ ਕੰਮ। ਸਰਕਾਰਾਂ ਦੇ ਸੀਐਮ ਤੁਹਾਡੇ ਤੇ ਮਿਹਰਬਾਨ ਰਹੇ ਨੇ ਸਰ, ਅਕਾਲੀ, ਕਾਂਗਰਸੀ ਤੇ ਆਪ ਨੇ, ਕੀ ਵੱਡਾ ਕਾਰਨ ਹੈ ਸਰ? ਇਹ ਮੈਂ ਨਹੀਂ ਦੱਸ ਸਕਦਾ, ਪਰ ਕਿਉਂਕਿ ਹਰ ਸੀਐਮ ਚਾਹੁੰਦਾ ਵੀ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਕੋਈ ਅਫਸਰ ਲਾਈਏ ਜਿਹੜਾ ਲੋਕਾਂ ਨੂੰ ਦੱਸ ਸਕਣ ਵੀ ਇਹ ਇਸ ਤਰ੍ਹਾਂ ਦਾ ਅਫਸਰ ਹੈ। ਇਹ ਸ਼ਾਇਦ ਕੋਈ ਮੈਂ ਕਹਿ ਸਕਦਾ ਵੀ ਉਹਨਾਂ ਦੀ ਸੋਚ ਹੈ, ਤੇ ਜਾਂ ਮੇਰੀਆਂ ਇਹੋ ਜਿਹੀਆਂ ਕਮਜ਼ੋਰੀਆਂ ਜਾਂ ਉਹਨਾਂ ਨੂੰ ਨਹੀਂ ਪਤਾ, ਜਿਹੜਾ ਮੇਰੇ ਤੇ ਵਿਸ਼ਵਾਸ ਕਰਕੇ ਉਹ ਮੈਨੂੰ ਇੱਥੇ ਜ਼ਿਲ੍ਹਾ ਨਸ਼ੇ ਦੀ ਗੱਲ ਕਿ ਨਸ਼ਾ ਮੁਕਤੀ ਜਿਹੜਾ ਤੁਹਾਡਾ ਮੇਨ ਮੁੱਦਾ ਚੱਕ ਕਰਨਾ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਨਸ਼ਾ ਆਪਾਂ ਰਲ ਕੇ ਐਫਰਟ ਕਰਾਂਗੇ, ਸਮਾਜ ਵੀ ਕਰੂਗਾ, ਅਸੀਂ ਵੀ ਕਰਾਂਗੇ। ਸਕੂਲ ਦੇ ਵਿੱਚ ਵੀ ਸੁਨੇਹਾ ਦਿੱਤਾ। ਅਸੀਂ ਇੱਕ ਬੜੀ ਵੱਡੀ ਪਿਛਲੇ ਗੇੜੇ 8000 ਦੇ ਕਰੀਬ ਬੰਦਾ ਸੀ, ਜਿਹੜੀ 17 ਦੇ ਵਿੱਚ ਰੈਲੀ ਕੀਤੀ ਸੀ, ਉਹਦੇ ਵਿੱਚ 8000 ਦੇ ਕਰੀਬ ਸਾਈਕਲਿਸਟ ਸੀ। ਐਤਕੀ ਅਸੀਂ ਕੋਸ਼ਿਸ਼ ਕਰਾਂਗੇ ਸੀਐਮ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਘੱਟੋ ਘੱਟ ਤੁਹਾਨੂੰ ਵੀ ਸੱਦਾ ਦੇਵਾਂਗਾ, ਤੁਹਾਨੂੰ ਪ੍ਰੈਸ ਵੀਰਾਂ ਨੂੰ ਉਦੋਂ ਸੱਦਾ ਦੇਵਾਂਗਾ ਜਿਵੇਂ ਤੁਸੀਂ ਇੱਥੇ ਬਾਜ਼ਾਰ 'ਚ ਲੱਗੀ ਅੱਗ ਮੈਂ ਬੁਝਾ ਰਿਹਾ ਸੀ ਪਾਈਪ ਫੜ ਕੇ, ਤੇ ਤੁਹਾਡੇ ਵਿੱਚੋਂ ਵੀ ਬਾਹਲਿਆਂ ਨੇ ਪਾਈਪ ਫੜੀ ਵੀ ਸੀ, ਉਵੇਂ ਫੜ ਕੇ ਆਪਾਂ ਅੱਗ ਬੁਝਾ ਰਹੇ ਸੀ। ਤੇ ਇਹ ਨਸ਼ਿਆਂ ਦੀ ਅੱਗ ਹੈ, ਜਿਹੜੀ ਧੀਆਂ ਨੂੰ ਮਾਰਨ ਵਾਲੀ ਅੱਗ ਹੈ, ਇਹ ਵੀ ਅੱਗ ਲੱਗੀ ਨੂੰ ਮੈਨੂੰ ਲੱਗਦਾ ਰਲ ਕੇ ਬੁਝਾਵਾਂਗੇ। ਆਪਾਂ ਸੰਗਰੂਰ 'ਚੋਂ ਇੱਕ ਸੁਨੇਹਾ ਦੇਵਾਂਗੇ ਸਾਰੇ ਹਿੰਦੁਸਤਾਨ ਨੂੰ ਵੀ ਸਭ ਤੋਂ ਵੱਡੀ ਸਾਈਕਲ ਰੈਲੀ ਹੈ ਜਿਹੜੀ ਉਹ ਸੰਗਰੂਰ ਜ਼ਿਲ੍ਹੇ 'ਚ ਹੁੰਦੀ ਹੈ। ਨੌਜਵਾਨਾਂ ਨੂੰ ਕੀ ਸੁਨੇਹਾ ਦੋਗੇ? ਮੈਨੂੰ ਲੱਗਦਾ ਸਾਰੇ ਸੁਨੇਹੇ ਦੇਤੇ। ਹੁਣ ਇਸ ਤੋਂ ਬਾਅਦ ਮੈਂ ਇਹੀ ਹੈ, ਚੰਗਾ ਰੋਲ ਮਾਡਲ ਬਣ ਲਈ ਆਪਦੀ ਸੋਸਾਇਟੀ ਦੇ ਵਿੱਚ, ਚੰਗੇ ਕੰਮ ਕਰਨੇ ਜ਼ਰੂਰੀ ਹੈ। ਆਪਦੇ ਬਾਰੇ ਹਰ ਕੋਈ ਚੰਗਾ ਕਹਿੰਦਾ। ਚੰਗਾ ਉਦੋਂ ਬੰਦਾ ਹੁੰਦਾ ਜਦੋਂ ਸਮਾਜ ਕਵੇ, ਲੋਕ ਕਹਿਣ। ਉਹ ਚੰਗਾ ਬਣ ਲਈ ਤੇ ਚੰਗਾ ਬਣਿਆ ਰਹਿਣ ਲਈ ਬਹੁਤ ਜ਼ਿਆਦਾ ਐਫਰਟ ਲੱਗਦਾ। ਇਹ ਸਾਰਿਆਂ ਨੂੰ ਉਸੇ ਸਾਂਚੇ ਵਿੱਚ ਢਲਣਾ ਚਾਹੀਦਾ। ਪਿਛਲੀ ਵਾਰ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਸੀਗਾ, ਕੋਈ ਤੁਹਾਡੇ ਤੱਕ ਅਪਰੋਚ ਕਰ ਸਕਦੇ ਹੋ? ਕੋਈ ਹਜੇ ਅਸੀਂ ਬਹੁਤ ਕਈ ਚੀਜ਼ਾਂ ਸੋਚੀਆਂ ਹਜੇ, क्योंकि 1 जनवरी है, नया साल है, अभी दिसंबर आने में बहुत दूरी है। कोशिश करांगे ਅਸੀਂ ਸਟੈਪ ਬਾਈ ਸਟੈਪ ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਪਹਿਲੀਆਂ ਕਮੀਆਂ ਵੀ ਰਹੀਆਂ, ਜਿਹੜੀਆਂ ਹੋਰ ਇੰਪਰੂਵ ਕੀਤਾ ਜਾ ਸਕਦਾ, ਅਸੀਂ ਕਰਾਂਗੇ। ਥੈਂਕ ਯੂ।